ਪਹਿਲਾਂ ਵੀ ਕਿਰਾਏ ਦੇ ਮਕਾਨਾਂ ਤੇ ਰਹਿੰਦੇ ਸੀ, ਹੁਣ ਵੀ ਕਿਰਾਏ ਦੇ ਮਕਾਨਾਂ ਤੇ ਹੀ ਰਹਿ ਰਹੇ ਹਾਂ। ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਹੁੰਦਾ। ਮਾਤਾ ਪਿਤਾ ਦਾ ਇਹ ਕਹਿਣਾ ਕਿ ਸਾਨੂੰ ਸਾਡਾ ਹੱਕ ਨਹੀਂ ਮਿਲਿਆ। ਅਸੀਂ ਕਿੱਥੇ ਜਾਈਏ, ਸਾਰੀ ਉਮਰ ਸਾਡੇ ਕਿਰਾਏ ਤੇ ਬੀਤ ਗਈ। ਹੁਣ ਬੱਚੇ ਦਾ ਅਸੀਂ ਵਿਆਹ ਨਹੀਂ ਕਰ ਸਕਦੇ, ਸਾਡੇ ਕੋਲ ਹੈ ਨਹੀਂ ਕੁਝ। नेताजी सुभाष चंद्र बोस साहब ने कि तुम मुझे खून दो मैं तुम्हें आज़ादी दूंगा, तो ये गर्मजोशी नाल नौजवान भारतीय सेना, प्रथम भारतीय सेना इंडियन नेशनल आर्मी च भर्ती होए। ਤੇ ਤੁਹਾਡੇ ਜਿਹੜੇ ਪਿਤਾ ਉਹ ਕਿੱਥੇ ਖੜੇ ਨੇ? ਫਸਟ ਰੋ 'ਚ ਹੈ ਜੀ। ਅੱਛਾ, ਫਸਟ ਇਹਨਾਂ ਦਾ ਹੀ ਨੰਬਰ ਹੈ ਜੀ। ਮਤਲਬ ਇਹ ਉਸ ਸਮੇਂ ਜਦੋਂ 1935 ਦਾ ਗਠਨ ਹੋਇਆ ਸੀ ਤਾਂ ਇਹਨਾਂ ਨੇ ਫੌਜ ਜੁਆਇਨ ਕਰ ਲਈ ਸੀ। ਹਾਂਜੀ ਜੀ, ਇਹ ਉਸ ਟਾਈਮ ਦੀ ਹੈ ਜੀ। ਪਰੇਡ ਹੋ ਰਹੀ ਸੀ ਨਾ ਜੀ, ਤੇ ਸੁਭਾਸ਼ ਚੰਦਰ ਬੋਸ ਜੀ ਤੇ ਜਰਨਲ ਜੀ ਆਏ ਸੀ। ਜਦੋਂ ਵਿਸ਼ਵ ਯੁੱਧ ਹੋਇਆ ਸੀਗਾ ਜੀ ਉਸੀ ਦੇ ਦਰਮਿਆਨ ਵਿੱਚ ਫਿਰ ਇਹ ਵਿਛੜ ਵੀ ਗਏ ਸੀ ਸੈਨਿਕ, ਜੀ ਜੰਗਲਾਂ ਦੇ ਵਿੱਚ ਭਟਕ ਰਹੇ ਸੀ। ਜੀ ਉਹਦੇ ਬਾਅਦ ਇਹ ਪੱਤੇ ਵਿਚਾਰੇ ਖਾਂਦੇ ਸੀਗੇ, ਜੀ। ਪੇੜਾਂ ਦੇ ਭੁੱਖ ਮਿਟਾਉਂਦੇ ਸੀ। ਜੀ ਉਹਦੇ ਬਾਅਦ ਵੀ ਫਿਰ ਅੰਗਰੇਜ਼ਾਂ ਨੇ ਇਹਨਾਂ ਨੂੰ ਫਾੜ ਹੀ ਲਿਆ। 18 ਵਰਸ਼ ਦੀ ਆਯੂ ਉਹਨਾਂ ਦੀ ਹੋ ਚੁੱਕੀ ਸੀ ਤੇ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਆਪਣੀ ਜ਼ਮੀਨ ਜਾਇਦਾਦ ਸਭ ਕੁਝ ਵੇਚ ਵਟਾ ਕੇ ਜੀ ਨੇਤਾ ਜੀ ਦੇ ਨਾਲ ਸੰਘਰਸ਼ ਦੇ ਵਿੱਚ ਉਹ ਭਰਤੀ ਹੋ ਗਏ ਸਨ। ਤੁਹਾਡੇ ਚਰਨਾਂ 'ਚ ਸਾਫ ਸੁਥਰਾ ਚਰਿੱਤਰ ਰੱਖਿਆ, ਉਹੀ ਸਾਹਮਣ ਪੇਸ਼ ਕਰ ਰਹੇ ਜੀ। ਸੇਵਾ ਲਾ ਦਿੰਦੇ ਹਾਂ ਜੀ, ਗੁਰੂ ਘਰਾਂ ਡੇਰਿਆਂ ਦੇ ਵਿੱਚ ਜਾ ਕੇ ਜੋ ਕੁਝ ਮਿਲਦਾ ਉਹ ਘਰਦਿਆਂ ਦੇ ਨਾਲ ਵੰਡ ਲਈਦਾ ਜੀ। ਇਹੀ ਜੀਵਨ ਸ਼ੈਲੀ ਹੈ। तुम मुझे खून दो मैं तुम्हें आज़ादी दूंगा, ਇਹ ਨਾਰਾ ਤਾਂ ਸਾਰਿਆਂ ਨੇ ਸੁਣਿਆ ਹੋਏਗਾ। ਸੁਭਾਸ਼ ਚੰਦਰ ਬੋਸ ਨੇ ਜਦੋਂ ਆਪਣੀ ਫੌਜ ਦਾ ਗਠਨ ਕੀਤਾ ਸੀ ਤਾਂ ਇਹ ਨਾਰਾ ਲਗਾਇਆ ਸੀ। ਤਾਂ ਉਸ ਸਮੇਂ ਜੋ ਇੱਕ ਵੱਡੀ ਜਿਹੜੀ ਸੰਮੇਲਨ ਹੋਇਆ ਸੀ ਤਾਂ ਉਸ ਦੇ ਵਿੱਚ ਜਿੰਨੇ ਵੀ ਉੱਥੇ ਨੌਜਵਾਨ ਜਿਹੜੇ ਇਕੱਠੇ ਹੋਏ ਸੀ ਉਹਨਾਂ ਦੇ ਖੂਨ ਖੋਲ ਉੱਠੇ ਸੀ। ਤਾਂ ਸੁਭਾਸ਼ ਚੰਦਰ ਬੋਸ ਦੀ ਉਸ ਫੌਜ ਦੇ ਵਿੱਚ ਜਿਹੜੇ ਉਹਨਾਂ ਦੀ ਸ਼ਮੂਲੀਅਤ ਨੌਜਵਾਨਾਂ ਨੇ ਕੀਤੀ, ਇੱਥੋਂ ਤੱਕ ਕਿ ਨੌਜਵਾਨਾਂ ਨੇ ਉਸ ਸਮੇਂ ਇੰਨੇ ਉਸ ਨਾਰੇ ਤੋਂ ਪ੍ਰਭਾਵਿਤ ਹੋਏ ਸੀ ਕਿ ਖੂਨ ਦੀਆਂ ਚਿੱਠੀਆਂ ਤੱਕ ਸੁਭਾਸ਼ ਚੰਦਰ ਬੋਸ ਨੂੰ ਲਿਖ ਕੇ ਭੇਜ ਦਿੱਤੀਆਂ ਸੀ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ। ਤਾਂ ਉਸ ਸਮੇਂ ਤੋਂ ਸੰਘਰਸ਼ ਦੇ ਵਿੱਚ ਇੱਕ ਅਜਿਹਾ ਪਰਿਵਾਰ ਜਿਸ ਦਾ ਜਿਨ੍ਹਾਂ ਦਾ ਪਿਤਾ ਜੀ ਸੱਜਣ ਸਿੰਘ ਮਾਨ ਜਿਹੜੇ ਕਿ ਉਸ ਫੌਜ ਦਾ ਹਿੱਸਾ ਬਣੇ ਸੀ। ਦੇਸ਼ ਨੂੰ ਆਜ਼ਾਦੀ ਵੀ ਮਿਲੀ। ਆਜ਼ਾਦੀ ਤੋਂ ਬਾਅਦ ਅੱਜ 70 ਸਾਲ ਦਾ ਸਮਾਂ ਹੋ ਚੁੱਕਿਆ ਹੈ। ਫਰੀडम ਫਾਈਟਰ ਜਿਹੜੀ ਫੈਮਿਲੀ ਤੋਂ ਬਿਲੋਂਗ ਕਰਦੇ ਉਹਨਾਂ ਦਾ ਵੱਲੋਂ ਕਿਹਾ ਜਾ ਰਿਹਾ ਕਿ ਇਹ ਸਾਡਾ ਪਰਿਵਾਰ ਸਾਰਾ ਆਜ਼ਾਦੀ ਘੁਲਾਟੀਆ ਪਰਿਵਾਰ ਹੈਗਾ। ਉਹਨਾਂ ਕੋਲ ਡਾਕੂਮੈਂਟ ਵੀ ਹੈਗੇ ਹੈ ਤੇ ਸਾਡੇ ਪਰਿਵਾਰ ਨੂੰ ਰਹਿਣ ਦੇ ਲਈ ਸਾਡੇ ਕੋਲ ਛੱਤ ਨਹੀਂ ਹੈਗੀ, ਜਿਹੜੀ ਕਿ ਸਰਕਾਰਾਂ ਦੇ ਵੱਲੋਂ ਫਰੀडम ਫਾਈਟਰ ਜਿਹੜੇ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਸੀ। ਪਰ ਇਹ ਉਹਨਾਂ ਚੀਜ਼ਾਂ ਤੋਂ ਵਾਂਝੇ ਰਹੇ ਕਿਉਂਕਿ ਕੁਝ ਇਹਨਾਂ ਦਾ ਕਹਿਣਾ ਕਿ ਪੜ੍ਹੇ ਲਿਖੇ ਸੀ ਨਹੀਂ ਤਾਂ ਸਾਨੂੰ ਪਤਾ ਨਹੀਂ। ਸਾਡੇ ਨਾਲ ਪਰਿਵਾਰ ਮੌਜੂਦ ਹੈਗਾ, ਉਹਨਾਂ ਦਾ ਬੇਟਾ ਹੈ ਇਹ ਜਿਹੜੇ ਸੱਜਣ ਸਿੰਘ ਮਾਨ, ਉਹਨਾਂ ਦੇ ਬੇਟੇ ਨਾਲ ਇਹਨਾਂ ਦੀ ਵਾਈਫ ਹੈਗੇ ਨੇ। ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਪਿਤਾ ਜੀ ਦੇ ਜਿਹੜੀ ਸ਼ਹੀਦੀ ਅਸੀਂ ਉਹਨਾਂ ਦੇ ਕੰਮ ਸੀ ਉਹਨਾਂ ਨੂੰ ਅਸੀਂ ਸਲੂਟ ਕਰਦੇ ਹਾਂ ਜੀ। ਹਾਂਜੀ, ਧੰਨਵਾਦ ਜੀ। ਕਿਉਂਕਿ ਤੁਹਾਡੇ ਪਿਤਾ ਨੇ ਇੱਕ ਜਦੋਂ ਫੌਜ 1935 ਦੇ ਵਿੱਚ ਜੁਆਇਨ ਕੀਤਾ ਸੀ। ਹਾਂਜੀ ਹਾਂਜੀ, ਇਹ ਇੰਡੀਅਨ ਆਰਮੀ ਜਿਹੜੀ ਸੀ ਸੁਭਾਸ਼ ਚੰਦਰ ਬੋਸ ਦੀ ਜੀ ਉਹਦੇ 'ਚ ਭਰਤੀ ਹੋਏ ਸੀ ਜੀ ਤੇ ਉਹਨਾਂ ਨੇ ਕੁਰਬਾਨੀਆਂ ਕਰੀਆਂ। ਜੀ ਦੇਸ਼ ਦੇ ਸਾਰੇ ਸਿਪਾਹੀ ਇਕੱਠੇ ਹੋ ਕੇ ਜੀ ਸੁਭਾਸ਼ ਚੰਦਰ ਜੀ ਦੀ ਨਿਗਰਾਨੀ ਦੇ ਵਿੱਚ ਜੀ ਉਹਨਾਂ ਦਾ ਆਰਡਰ ਮੰਨਦੇ ਸੀ। ਜੀ ਜੀ ਜੋ ਉਹਨਾਂ ਦਾ ਹੁਕਮ ਹੁੰਦਾ ਸੀ ਜੀ ਜੀ ਉਹ ਕਰਦੇ ਸੀ। ਜੀ ਔਰ 6 ਮਹੀਨੇ ਰੰਗੂਨ ਦੇ ਵਿੱਚ ਜੇਲ੍ਹ ਵੀ ਕੱਟੀ ਉਹਨਾਂ ਨੇ। ਮਤਲਬ ਜਦੋਂ ਉਹਨਾਂ ਦੀ ਫੌਜ ਦੇ ਨਾਲ ਤੁਰਦੇ ਸੀ, ਜਿਹੜਾ ਵੀ ਕੰਮ ਮਤਲਬ ਜਿਸ ਪ੍ਰਕਾਰ ਦੀ ਡਿਊਟੀਆਂ ਲੱਗਦੀਆਂ ਸੀ ਕਰਦੇ ਸੀ। ਤੇ ਜਿਹੜੀ ਉਸ ਤੋਂ ਬਾਅਦ ਕਿੱਥੋਂ ਤੱਕ ਕਹਾਣੀ ਪਹੁੰਚੀ ਕਿ ਜਿਹੜਾ ਤੁਸੀਂ ਜੇਲ੍ਹ ਕਿਹਾ ਕਿ ਮਤਲਬ ਉਹ ਕਿੰਨਾ ਕੁ ਉਹਨਾਂ ਨਾਲ ਮੇਲ ਜੁਲ ਹੁੰਦਾ ਸੀ ਸੁਭਾਸ਼ ਚੰਦਰ ਬੋਸ ਤੇ ਜੇਲ੍ਹ ਦਾ ਕਾਰਨ ਕੀ ਬਣਿਆ ਸੀ? ਇਹ ਮਤਲਬ ਜਦੋਂ ਵਿਸ਼ਵ ਯੁੱਧ ਹੋਇਆ ਸੀਗਾ ਜੀ ਉਸੀ ਦੇ ਦਰਮਿਆਨ ਵਿੱਚ ਫਿਰ ਇਹ ਵਿਛੜ ਵੀ ਗਏ ਸੀ ਸੈਨਿਕ, ਜੀ ਜੰਗਲਾਂ ਦੇ ਵਿੱਚ ਭਟਕ ਰਹੇ ਸੀ। ਜੀ ਉਹਦੇ ਬਾਅਦ ਇਹ ਪੱਤੇ ਵਿਚਾਰੇ ਖਾਂਦੇ ਸੀਗੇ, ਜੀ। ਪੇੜਾਂ ਦੇ ਭੁੱਖ ਮਿਟਾਉਂਦੇ ਸੀ। ਜੀ ਉਹਦੇ ਬਾਅਦ ਵੀ ਫਿਰ ਅੰਗਰੇਜ਼ਾਂ ਨੇ ਇਹਨਾਂ ਨੂੰ ਫਾੜ ਹੀ ਲਿਆ ਜੀ। ਜੰਗਲ ਤੋਂ। ਕਿਹੜੀ ਜਗ੍ਹਾ ਤੇ ਮਤਲਬ ਜਦੋਂ ਵਿਛੜੇ ਸੀ ਤੇ ਜਦੋਂ ਜੁੜੇ ਸੀ ਤਾਂ ਫਿਰ ਬਾਅਦ ਚ ਵਿਛੜੇ, ਕਿਹੜੀ ਜਗ੍ਹਾ ਹੈਗੀ ਸੀ? ਇਹ ਰੰਗੂਨ ਹੈ ਜੀ, ਬਰਮਾ ਦੀ ਗੱਲ ਹੈ ਜੀ। ਉੱਥੇ ਇਹਨਾਂ ਨੂੰ ਪਕੜ ਕੇ ਜੇਲ੍ਹ ਦੇ ਵਿੱਚ ਰੱਖਿਆ, 6 ਮਹੀਨੇ ਜੇਲ੍ਹ 'ਚ। ਪਹਿਲਾਂ ਤਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਆਪ ਜੀ ਦੇ ਮਾਧਿਅਮ ਤੋਂ ਇਹ ਗੱਲ ਕਹਿਣੇ ਪੈ ਰਹੀ ਹੈ। ਹੈਪੀ ਮੇਰਾ ਨਾਂ ਹੈ ਜੀ, ਹੈਪੀ ਸਿੰਘ। ਮੈਂ ਆਪਣੇ ਮਾਤਾ ਪਿਤਾ ਦਾ ਬੇਟਾ ਹਾਂ ਅਤੇ ਮੇਰੇ ਦਾਦਾ ਜੀ ਮਾਨਯੋਗ ਸੱਜਣ ਸਿੰਘ ਮਾਨ ਜੀ ਸੀਗੇ ਫਰੀडम ਫਾਈਟਰ। ਅਤੇ ਜਗਤਾਰ ਸਿੰਘ ਛੋਟਾ ਭਾਈ ਸਾਹਿਬ ਦਾ ਵੀ ਮੈਂ ਧੰਨਵਾਦੀ ਹਾਂ ਕਿ ਉਹਨਾਂ ਨੇ ਆਪ ਜੀ ਤੱਕ ਇਹ ਮੇਰਾ ਦਰਦ ਪਹੁੰਚਾਇਆ ਅਤੇ ਆਪ ਦਾ ਬਹੁਤ ਬਹੁਤ ਧੰਨਵਾਦੀ ਰਹਾਂਗਾ। ਮਾਨਯੋਗ ਵੀਰ ਜੀ, ਬੇਨਤੀ ਇਸ ਤਰ੍ਹਾਂ ਹੈ ਕਿ ਸੱਜਣ ਸਿੰਘ ਮਾਨ ਜੀ ਮੇਰੇ ਦਾਦਾ ਜੀ ਸਨ। ਵਿਸਤਾਰ 'ਚ ਮੈਂ ਉਹਨਾਂ ਦੀ
ਇਹ ਗਾਥਾ ਆਪ ਜੀ ਨੂੰ ਦੱਸਣਾ ਚਾਹਾਂਗਾ, ਕਿਉਂਕਿ ਜਿਹੜੇ ਵੀ ਮੈਨੂੰ ਫਰੀडम ਫਾਈਟਰ ਮਿਲੇ ਆ ਉਹਨਾਂ ਦੇ ਸਹਿਯੋਗ ਅਤੇ ਪਿੰਡ ਦੇ ਕੁਝ ਬਜ਼ੁਰਗਾਂ ਦੇ ਸਹਿਯੋਗ ਨਾਲ ਮੈਨੂੰ ਜਿਹੜੀ ਇਹ ਦਾਸਤਾਨ ਉਹਨਾਂ ਦੀ ਮਿਲੀ ਹੈ ਉਹ ਮੈਂ ਦੱਸਣਾ ਚਾਹਾਂਗਾ ਕਿ 1 ਅਪ੍ਰੈਲ 1935 ਦੀ ਉਹਨਾਂ ਦੀ ਭਰਤੀ ਸੀ। 18 ਵਰਸ਼ ਦੀ ਆਯੂ ਉਹਨਾਂ ਦੀ ਹੋ ਚੁੱਕੀ ਸੀ ਅਤੇ ਉਹਨਾਂ ਨੇ ਆਪਣੇ ਪਿੰਡ ਦੇ ਵਿੱਚ ਆਪਣੀ ਜ਼ਮੀਨ ਜਾਇਦਾਦ ਸਭ ਕੁਝ ਵੇਚ ਵਟਾ ਕੇ ਨੇਤਾ ਜੀ ਦੇ ਨਾਲ ਸੰਘਰਸ਼ ਦੇ ਵਿੱਚ ਉਹ ਭਰਤੀ ਹੋ ਗਏ ਸਨ ਅਤੇ ਭਰਤੀ ਹੋਣ ਤੋਂ ਉਪਰੰਤ ਉਹਨਾਂ ਨੇ ਦੇਸ਼ ਦੀ ਆਜ਼ਾਦੀ ਵੱਲ ਹੀ ਤੱਕਿਆ, ਹੋਰ ਕਿਸੇ ਕੰਮਕਾਜ ਵੱਲ ਧਿਆਨ ਨਹੀਂ ਕੀਤਾ। ਉਹਨਾਂ ਨੇ ਆਪਣਾ ਜੀਵਨ ਦੇਸ਼ ਦੀ ਕ੍ਰਾਂਤੀਕਾਰੀ ਜੀਵਨ ਸ਼ੈਲੀ ਦੇ ਵਿੱਚ ਆ ਕੇ ਆਜ਼ਾਦੀ ਵੱਲ ਹੀ ਦੇਖਿਆ। ਉਸ ਤੋਂ ਬਾਅਦ ਉਹਨਾਂ ਨੇ 1945 ਤੱਕ ਆਪਣੀ ਸੇਵਾ ਦਿੱਤੀ, ਫਿਰ ਉਹ ਡਿਸਚਾਰਜ ਹੋਏ ਸਨ। 1935 ਤੋਂ ਬਾਅਦ ਜਦ ਇਹ ਅੰਗਰੇਜ਼ਾਂ ਦੇ ਖਿਲਾਫ ਆਵਾਜ਼ ਚੁੱਕੀ ਸੀ नेता जी सुभाष चंद्र बोस साहब ने कि तुम मुझे खून दो मैं तुम्हें आज़ादी दूंगा, तो ये गर्मजोशी नाल नौजवान भारतीय सेना, प्रथम भारतीय सेना इंडियन नैशनल आर्मी च भर्ती होए। उन्होंने ये भी नहीं सोचा कि अगे गहाँ जाके मेरे परिवारों का की होवेगा। जब वो संघर्ष करते करते रंगून च फड़े गए सन तो उन्होंने उत्थे जेल हुई सी। जेल उपरांत वो काले पानी भी रहे। उस तो उपरांत फिर वो फड़ते फड़ाते अंग्रेज़ों के हत्थे चढ़ी गए सीगे। जेल कट्टण तो बाद मगरों जब उन्होंने भारत वर्ष की आज़ादी वाल जांदा होया रुख दिखिया तो फिर वो भारत विच वापस आके अपनी सेवा देने वास्ते फिर तैयार हो गए जी। अपनी चंद सेवावां देने तो बाद वो इन्ने टैलेंटेड सीगे कि उन्होंने इंडियन आर्मी दे विच भी अपनी बतौर सिपाही सेवा दी। इस तो बाद वो ITI दे विच मोटर मकैनिक रहे, इंस्ट्रक्टर रहे। अमृतसर दे विच, अमृतसर तो बाद पटियाले, पटियाले तो बाद चंडीगढ़ वो आए सन। 28 सैक्टर ITI दे विच इंस्ट्रक्टर सन। तो उस तो बाद 1972 दे विच उन्हां दा देहांत हो गया सी। तो ये उन्हां दा जीवन बहुत संघर्ष भरिया सी। अगे दादी जी भी किडनी पेशेंट सन, ना वो अपना इलाज करन जोगे सी। पहला भी किराए के मकानों ते रहिंदे सी, हुण भी किराए के मकानों ते ही रह रहे हैं। जिंदगी का कोई भरोसा नहीं हुंदा। माता पिता का यह कहना कि सानू साडा हक नहीं मिलिया। जिहड़ा ने सैक्टर 43 चंडीगढ़ INA कॉलोनियां दे विच मकान मिल गए, आराम नाल वो अपना जीवन कट रहे हैं। मैं उन्हां नाल संपर्क करदा, कहंदे तुहाडे कोल तां साडे नालों भी ज़्यादा कागजात ते सबूत पे हैं, तुहानू तां मिलना चाहिदा। लेकिन ईश्वर तो बाद आप जी वर्गे भरावां ਅਤੇ सरकार उपर भी विश्वास ਤੇ भरोसा है कि एक ना एक दिन साड़ी वो प्रार्थना सुनेगी। लेकिन वो दिन कद आएगा ਉਹਦਾ कभी पता नहीं लगता। पिता जी तो पुछते हैं ਤੁਹਾਡੇ ਮਤਲਬ ਤੁਹਾਡੇ ਪਿਤਾ ਜੀ ਨੇ ਜਿਹੜੀ ਜ਼ਮੀਨ ਦੱਸ ਰਹੇ ਕਿ ਜ਼ਮੀਨ ਹੀ ਸਾਰੀ ਸੁਭਾਸ਼ ਚੰਦਰ ਬੋਸ ਜਿਹੜੀ ਫੌਜ ਹੈਗੀ ਸੀ ਉਹਨਾਂ ਦੇ ਨਾਂ ਹੀ ਮਤਲਬ ਕਰਵਾਤੀ। ਕੀ ਮਤਲਬ ਕੀ ਸੀਨ ਕੀ ਸੀ ਇਹ? ਨੇ ਉਹਨਾਂ ਨੇ ਵੇਚ ਕੇ ਨਾ, ਅੱਛਾ ਜੀ, ਤੇ ਪੈਸੇ ਦਿੱਤੇ ਸੀ। ਅੱਛਾ, ਫੌਜ ਦੇ ਵਾਸਤੇ। ਅੱਛਾ ਜੀ, ਕਿ ਵੀ ਇਹ ਪੈਸਾ ਸਾਡੀ ਆਜ਼ਾਦੀ ਵਾਸਤੇ ਲੱਗੇ। ਅੱਛਾ, ਉਸ ਫੌਜ ਨੂੰ ਦਾਨ ਕਰਨਾ ਸੀ। ਅੱਛਾ, ਉਹ ਚੀਜ਼ ਦਾ ਮਤਲਬ ਅੱਗੇ ਸੀ ਤੁਹਾਨੂੰ ਪ੍ਰੂਫ ਵੀ ਤੁਸੀਂ ਸਾਨੂੰ ਦਿਖਾਇਆ। ਤੇ ਉਹ ਸਾਰੀ ਜਿੰਨਾ ਵੀ ਤੁਹਾਡਾ ਗਹਿਣੇ ਗੁਣੇ ਮਤਲਬ ਹਰ ਚੀਜ਼ ਉਹਨਾਂ ਨੇ ਮਤਲਬ ਵੇਚ ਦਿੱਤੀ ਸੀ? ਹਾਂਜੀ ਹਾਂਜੀ, ਮਾਤਾ ਜੀ ਦੇ ਗਹਿਣੇ ਜੀ ਤੇ ਜ਼ਮੀਨ ਦੇ ਵੇਚ ਕੇ, ਮਕਾਨ ਵੇਚ ਕੇ ਸਾਰਾ ਕੁਝ ਪੈਸਾ ਦੇ ਦਿੱਤਾ ਸੀ। ਤੁਸੀਂ ਕਿੰਨੇ ਸਾਲਾਂ ਜਦੋਂ ਪਿਤਾ ਦਾ ਜਨੂਨ, ਤੁਸੀਂ ਜਦੋਂ ਉਹਨਾਂ ਨਾਲ ਕਿੰਨੀ ਉਮਰ ਜਦੋਂ ਉਹਨਾਂ ਦਾ ਦੇਹਾਂਤ ਹੋ ਗਿਆ ਸੀ? ਮੈਂ ਉਸ ਟਾਈਮ 11 ਕੁ ਸਾਲ ਦਾ ਸੀਗਾ ਜੀ। 71 ਦੇ ਵਿੱਚ ਹੋਈ ਹੈ ਉਹਨਾਂ ਦੀ ਡੈਥ, ਅਗਸਤ 1 ਅਗਸਤ 1971। ਉਸ ਸਮੇਂ ਉਹਨਾਂ ਨੂੰ ਫਰੀडम ਫਾਈਟਰ ਲਾਣਿਆ ਗਿਆ ਸੀ? ਉਸ ਸਮੇਂ ਵੀ ਨਹੀਂ, ਉਸ ਟਾਈਮ ਜੌਬ ਕਰਦੇ ਸੀ ਉਹ ITI 'ਚ। ਜੌਬ ਕਰਦੇ ਸੀ? ITI 'ਚ ਸੀਗੇ ਜੀ। ਤੇ ਮਤਲਬ ਡੈਥ ਹੋ ਗਈ ਸੀ ਉਹਨਾਂ ਦੀ। ਤੇ ਜਦੋਂ ਤੁਸੀਂ ਉਹਨਾਂ ਨੂੰ ਮਿਲਦੇ ਸੀ, ਜਦੋਂ ਤੁਸੀਂ ਗੱਲਾਂ ਕਰਦੇ, ਤੁਸੀਂ 12 ਸਾਲ ਦੱਸ ਰਹੇ ਸੀ, ਤਾਂ ਤੁਹਾਨੂੰ ਵੀ ਸੂਝ ਸਮਝ ਤਾਂ ਪੂਰੀ ਸੀ। ਤੇ ਕੀ ਗੱਲਾਂ ਤੁਹਾਡੇ ਨਾਲ ਕਰਦੇ ਹੁੰਦੇ ਸੀ? ਤੁਹਾਨੂੰ ਕੀ ਜਿਹੜੀ ਸਿੱਖਿਆ ਦਿੰਦੇ ਹੁੰਦੇ ਸੀ? ਬਸ ਇਹੀ ਕਹਿੰਦੇ ਸੀਗੇ ਵੀ ਅਸੀਂ ਆਪਣੇ ਦੇਸ਼ ਵਾਸਤੇ, ਆਜ਼ਾਦੀ ਵਾਸਤੇ ਜੀ ਕਾਫੀ ਕੁਝ ਬਲੀਦਾਨ ਕਰਿਆ ਜੀ। ਤੇ ਤੁਸੀਂ ਵੀ ਦੇਸ਼ ਦੇ ਨਾਲ ਪਿਆਰ ਕਰੋ ਜੀ ਔਰ ਆਪਣੇ ਦੇਸ਼ ਨਾਲ ਮਿਲ ਕੇ ਰਹੋ। ਅੱਛਾ, ਇਹੀ ਕਹਿੰਦੇ ਸੀਗੇ। ਤੇ ਇਹ ਕਹਿੰਦੇ ਸੀਗੇ ਕਿ ਵੀ ਕਦੀ ਵੀ ਗੱਦਾਰੀ ਨਹੀਂ ਕਰਨੀ ਕਿਸੇ ਨਾਲ, ਅੱਛਾ ਜੀ, ਮਿਲ ਜੁਲ ਕੇ ਰਹਿਣਾ ਹਮੇਸ਼ਾ। ਦੇਸ਼ ਵਾਸਤੇ ਉਹਨਾਂ ਨੇ ਇੰਨਾ ਜਿਹੜੀਆਂ ਲੜਾਈਆਂ ਲੜੀਆਂ। ਤੇ ਫਿਰ ਬਾਅਦ 'ਚ ਉਸ ਸਮੇਂ ਵੀ ਤੁਸੀਂ ਕਿਰਾਏ 'ਤੇ ਰਹਿੰਦੇ ਸੀ? ਹਾਂਜੀ, ਨਹੀਂ, ਸਾਡੇ ਫਾਦਰ ਨੂੰ ਮਕਾਨ ਵੀ ਮਿਲਿਆ ਸੀ ਗੌਰਮੈਂਟ ਦਾ ਮਿਲਿਆ ਸੀ। ਉਹਨਾਂ ਦੇ ਡੈਥ ਹੋਣੇ ਦੇ ਬਾਅਦ ਫਿਰ ਅਸੀਂ ਕਿਰਾਏ 'ਚ ਹੀ ਰਹਿ ਰਹੇ ਹਾਂ ਜੀ। ਮਤਲਬ ਮਕਾਨ ਚਲਾ ਗਿਆ ਸੀ ਤੇ ਉਹ ਤੁਸੀਂ ਉਹ ਕਿਰਾਏ 'ਤੇ ਰਹਿ ਰਹੇ ਹੋ? ਹਾਂਜੀ ਹਾਂਜੀ, ਬਦਲਦੇ ਰਹੇ ਮਕਾਨ। ਮਾਤਾ ਜੀ ਨੂੰ ਪੈਨਸ਼ਨ ਲੱਗ ਗਈ ਸੀ ਤਾਂ ਵੀ ਪ੍ਰਾਈਵੇਟ ਘਰ 'ਚ ਰਹਿੰਦੇ ਸੀ। ਅੱਛਾ ਜੀ। 19 ਸੈਕਟਰ 'ਚ
1065 ਨੰਬਰ। ਉਹਨਾਂ ਘਰ ਵਾਪਸ ਮਤਲਬ ਫਿਰ ਲੈ ਲਿਆ ਉਹਨਾਂ ਤੋਂ, ਸਰਕਾਰੀ ਨੌਕਰੀ ਹਟ ਚੁੱਕੀ ਸੀ ਨਾ ਫਿਰ? ਹਾਂਜੀ ਹਾਂਜੀ, ਉਹ ਤਾਂ 6 ਮਹੀਨੇ ਤੱਕ ਸਾਨੂੰ ਵੈਲਿਡ ਕਰਿਆ ਸੀ। ਤੇ ਤੁਹਾਡੇ ਮਾਤਾ ਜੀ ਨੇ ਫਿਰ ਇਹ ਫਰੀडम ਫਾਈਟਰ ਦਾ ਸਰਟੀਫਿਕੇਟ ਵਗੈਰਾ ਬਣਾ ਕੇ ਜਾਂ ਪੇਸ਼ ਹੋ ਕੇ, ਜਿਹੜੀ ਤੁਸੀਂ ਕਹਿ ਰਹੇ ਹੋ 43 ਸੈਕਟਰ 'ਚ ਤੁਹਾਨੂੰ ਘਰ ਮਿਲਣਾ ਸੀ, ਤਾਂ ਉਹ ਪੇਸ਼ ਕੀਤੇ ਸੀ ਕਾਗਜ਼ ਵਗੈਰਾ ਉੱਥੇ ਉਸ ਸਮੇਂ? ਇਹ ਸ਼ੁਰੂ 'ਚ ਪਹਿਲਾਂ ਪੈਨਸ਼ਨ ਲੱਗੀ ਉਹਨਾਂ ਨੂੰ। ਜੀ ਫਰੀडम ਫਾਈਟਰ ਵਾਸਤੇ ਅਸੀਂ ਦਿੱਲੀ ਤੱਕ ਗਏ ਸੀ, ਜੀ ਉੱਥੇ ਡਾਕੂਮੈਂਟ ਲੈ ਗਏ ਸੀ। ਜੀ ਉੱਥੇ ਉਹਨਾਂ ਦਾ ਆਫਿਸ ਹੈਗਾ ਪੈਨਸ਼ਨ ਵਾਲਿਆਂ ਦਾ, ਜੀ। ਉੱਥੇ ਸਾਰਾ ਕੁਝ ਦਿਖਾ ਕੇ ਫਿਰ ਉਹਨਾਂ ਨੇ ਸਾਨੂੰ ਪੈਨਸ਼ਨ ਸੈਂਕਸ਼ਨ ਕਰਕੇ ਦਿੱਤੀ। ਜੀ ਉਹ ਮਾਤਾ ਜੀ ਨੂੰ ਲੱਗ ਗਈ ਸੀ। ਅੱਛਾ ਜੀ। ਇਹ ਸਾਰੇ ਪਰ document ਘਰ ਦਾ ਨਹੀਂ ਕੋਈ ਉਸ ਘਰ ਸਮੇਂ? ਦਾ ਨਹੀਂ ਮਿਲਿਆ ਜੀ, ਘਰ ਸਾਨੂੰ ਪਤਾ ਹੀ ਨਹੀਂ ਲੱਗਿਆ। ਬਾਅਦ 'ਚ ਸਾਨੂੰ ਪਤਾ ਲੱਗਿਆ ਕਿ ਜਦੋਂ ਅਲਾਟ ਹੋ ਗਏ ਜੀ ਕਿ ਜਿਹੜੇ ਫਰੀडम ਫਾਈਟਰ ਸੀ ਉਹਨਾਂ ਨੂੰ ਮਕਾਨ ਮਿਲ ਚੁੱਕੇ ਹੈ। ਜੀ ਅਸੀਂ ਗਏ ਸੀ ਡੀਸੀ ਕੋਲ, ਉਸ ਟਾਈਮ ਗਏ, ਉਹ ਕਹਿੰਦੇ ਜੀ ਹੁਣ ਨਹੀਂ ਮਿਲ ਸਕਦਾ, ਤੁਸੀਂ ਸੋ ਰਹੇ ਸੀਗੇ, ਤੁਸੀਂ ਕਿਉਂ ਨਹੀਂ ਅਪਲਾਈ ਕਰਿਆ ਉਸ ਟਾਈਮ? ਕਿੰਨੇ ਸਾਲ ਤੁਸੀਂ ਗਏ ਸੀ ਉੱਥੇ ਜਦੋਂ ਦਫ਼ਤਰਾਂ ਤੇ ਜਦੋਂ? ਇਹ ਮੇਰੇ ਮਾਤਾ ਜੀ ਤੇ ਮੇਰੇ ਮਾਤਾ ਜੀ ਗਏ ਸੀਗੇ ਜੀ ਡਾਕੂਮੈਂਟ ਲੈ ਕੇ। ਅੱਛਾ ਤਾਂ ਉਹਨਾਂ ਨੇ ਜਵਾਬ ਦੇ ਦਿੱਤਾ ਸੀ, ਕਹਿੰਦੇ ਜੀ ਹੁਣ ਨਹੀਂ ਮਿਲ ਸਕਦਾ, ਹੁਣ ਜਿਨ੍ਹਾਂ ਨੂੰ ਦੇਣੇ ਸੀ ਅਸੀਂ ਦੇ ਦਿੱਤੇ। ਅੱਛਾ, ਹੁਣ ਨਹੀਂ ਕਿੰਨੇ ਮਿਲ ਸਕਦਾ? ਹਾਂਜੀ ਹਾਂਜੀ। ਤੁਸੀਂ ਫਿਰ ਉੱਥੇ ਆਪਦੀ ਦਰਦ ਪੇਸ਼ ਕੀਤਾ ਹੋਣਾ, ਤੁਹਾਡੀ ਮਾਤਾ ਨੇ ਵੀ ਅਸੀਂ ਸਾਡੇ ਇੰਨਾ ਜ਼ਿਆਦਾ ਪਰਿਵਾਰ ਨੇ ਸਾਨੂੰ ਨਹੀਂ ਮਿਲਿਆ, ਇਹ ਤਾਂ ਬੜੇ ਦੁੱਖ ਦੀ ਗੱਲ ਹੈ ਜੀ, ਇੰਨਾ ਕੁਝ ਹੋਣ ਦੇ ਬਾਵਜੂਦ ਵੀ। ਕਿਹੜੇ ਕਿਹੜੇ ਡਾਕੂਮੈਂਟ ਵੀ ਅਸੀਂ ਵੇਖਣ ਜਾਵਾਂਗੇ ਤੁਹਾਡੇ ਹੱਥ 'ਚ ਹੈਗੇ ਨੇ। ਇਹ ਫੋਟੋ ਦਾ ਜਿਹੜਾ ਜ਼ਿਕਰ ਹੈਗਾ ਅਸੀਂ ਜਾਨਣਾ ਚਾਹਾਂਗੇ, ਜਿਹੜੀ ਫੋਟੋ ਇਹ ਤੁਹਾਡੇ ਜਿਹੜੇ ਪਿਤਾ ਜੀ ਨੇ? ਇਹ ਉਸ ਟਾਈਮ ITI 'ਚ ਸੀਗੇ ਜੀ, ਜੀ ਅੰਮ੍ਰਿਤਸਰ ITI 'ਚ ਸੀ। ਜੀ ਇਹ 1960 ਦੀ ਪਹਿਲਾਂ ਦੀ ਹੈ ਜੀ, ਜੀ। ਤੇ ਇਹ ਮੈਂ ਰੱਖੀ ਹੋਈ ਸੀ ਸਾਂਭ ਕੇ ਫੋਟੋ। ਤੇ ਇਹ ਜਿਹੜੀ ਆ ਡਾਇਰੀ ਹੈਗੀ 1947 ਸਾਲ ਲਿਖਿਆ ਹੋਇਆ, ਤੇ ਉਸ ਸਮੇਂ ਜਦੋਂ ਇਹ ਫੌਜ ਵਿੱਚ ਸੀ ਜੇ? ਇਹ ਆਰਮੀ 'ਚ, ਇੰਡੀਅਨ ਆਰਮੀ 'ਚ। ਅੱਛਾ, ਇੰਡੀਅਨ ਆਰਮੀ 'ਚ ਸੀਗੇ। ਇਹ ਉਹਦੀ ਪੈਨਸ਼ਨ ਬੁੱਕ ਸਮਝ ਲਓ, ਇਹ ਉਹਨਾਂ ਨੂੰ ਪੈਨਸ਼ਨ ਬੁੱਕ ਸੀਗੀ। ਉਹਨਾਂ ਨੂੰ ਪੈਨਸ਼ਨ ਜਿਹੜੀ ਮਿਲਦੀ ਸੀ ਹਾਂਜੀ, ਉਸ ਉਹਦੀ ਸਮੇਂ ਦੀ entry। ਅਸੀਂ ਦੱਸਣਾ ਚਾਹੁੰਦੇ ਹਾਂ ਕਿ ਇੱਕ ਡਾਇਰੀ, ਤੁਸੀਂ ਇਹ ਬਹੁਤ ਖਾਸ ਡਾਇਰੀ ਅਸੀਂ ਕਹਿ ਸਕਦੇ ਹਾਂ ਕਿ 1947 ਵੇਲੇ ਦੀ ਜਿਹੜੀ ਡਾਇਰੀ ਹੈਗੀ ਹੈ, ਤਾਂ ਜਿਸ ਦੇ ਉੱਪਰ ਪੈਨਸ਼ਨ ਦਾ ਜ਼ਿਕਰ ਵੀ ਕੀਤਾ ਹੋਇਆ ਹੈ। 1970 ਵਗੈਰਾ ਜਿਹੜੀਆਂ ਡੇਟਾ ਪਾਈਆਂ ਹੋਈਆਂ ਨੇ। ਸਭ ਤੋਂ ਘੱਟ ਤਾਂ ਦੱਸਾਂ 6/5/1961 1952 ਹਾਂਜੀ। 30 ਰੁਪਏ ਸ਼ਾਇਦ ਉਸ ਸਮੇਂ ਹੁੰਦੀ ਸੀ, ਜਿਵੇਂ 30 ਰੁਪਏ, ਹਾਂਜੀ, 45 ਰੁਪਏ, 30 ਰੁਪਏ। ਹਾਂਜੀ ਹਾਂਜੀ ਮਤਲਬ ਅਜਿਹੇ ਜਿਹੜੇ ਸਮੇਂ ਆਰਮੀ 'ਚ ਰਹੇ ਸੀ। ਹਾਂਜੀ, ਇਹ ਆਰਮੀ ਦਾ ਰਿਕਾਰਡ ਹੈ। ਤੇ ਬਿਲਕੁਲ ਅਸੀਂ ਹੋਰ ਵੀ ਰਿਕਾਰਡ ਜਾਣਾਂਗੇ ਤੁਹਾਡੇ ਤੋਂ, ਜਿਹੜੀ ਇਹ ਸੁਭਾਸ਼ ਚੰਦਰ ਬੋਸ ਦੀ ਜਿਹੜੀ ਮੇਨ ਜਿਹੜਾ ਜਿਸ ਸਮੇਂ ਇਹ ਫੋਟੋ ਜਿਹੜੀ ਮੇਨ ਹੈ, ਇਹ ਅਸੀਂ ਉੱਥੋਂ ਦੀ ਲਈ ਸੀ ਜੀ, ਫਰੀडम ਫਾਈਟਰ ਦਾ ਡਿਪਾਰਟਮੈਂਟ ਹੈ ਨਾ ਜੀ, ਜੀ ਜੀ। ਇਹ ਉੱਥੋਂ ਦੀ ਰਿਕਾਰਡ ਤੋਂ ਕਢਵਾਈ ਹੈ ਫੋਟੋ। ਤੇ ਤੁਹਾਡੇ ਜਿਹੜੇ ਪਿਤਾ ਉਹ ਕਿੱਥੇ ਖੜੇ ਨੇ? ਫਸਟ ਰੋ 'ਚ ਹੈ ਜੀ, ਅੱਛਾ, ਫਸਟ ਇਹਨਾਂ ਦਾ ਹੀ ਨੰਬਰ ਹੈ ਜੀ। ਮਤਲਬ ਇਹ ਉਸ ਸਮੇਂ ਜਦੋਂ 1935 ਦਾ ਗਠਨ ਹੋਇਆ ਸੀ ਤਾਂ ਇਹਨਾਂ ਨੇ ਫੌਜ ਜੁਆਇਨ ਕਰ ਲਈ ਸੀ? ਹਾਂਜੀ, ਇਹ ਉਸ ਟਾਈਮ ਦੀ ਹੈ ਜੀ, ਪਰੇਡ ਹੋ ਰਹੀ ਸੀ ਨਾ ਜੀ, ਤੇ ਸੁਭਾਸ਼ ਚੰਦਰ ਬੋਸ ਜੀ ਤੇ ਜਰਨਲ ਜੀ ਆਏ ਸੀ, ਜਰਨਲ ਮੋਹਨ ਸਿੰਘ ਜੀ ਜੀ ਇਹ ਆਏ ਸੀਗੇ ਜੀ, ਜੀ। ਪਰੇਡ ਦੀ ਇਹ ਉਹ ਕਰ ਰਹੇ ਜੀ। ਮਤਲਬ ਉਸ ਤੋਂ ਬਾਅਦ ਜਿਹੜਾ ਅਸੀਂ ਹੋਰ ਵੀ ਜਿਹੜੀਆਂ ਤਸਵੀਰਾਂ ਸਾਰੀਆਂ ਸੀ, ਇਹ ਤਸਵੀਰ ਵੀ ਇਹ ਤਾਂ ਚਲੋ ਪਰਿਵਾਰਿਕ ਤਸਵੀਰ ਹੈ, ਤੇ ਇਹ ਦਾ ਜ਼ਿਕਰ ਕਰਾਂਗੇ ਅਸੀਂ ਜਿਹੜਾ। ਹਾਂਜੀ, ਇਹ ਤਾਂਬਾ ਪੱਤਰ 1985 ਦੇ ਵਿੱਚ ਮੇਰੇ ਮਾਤਾ ਜੀ ਨੂੰ ਗਵਰਨਰ ਹਾਊਸ ਦੇ ਵਿੱਚ ਜੀ ਪੇਂਟ ਕੀਤਾ ਗਿਆ, ਤੇ ਉਸ ਟਾਈਮ ਅਰਜਨ ਸਿੰਘ ਉਹ ਸੀਗੇ ਆਪਣਾ ਗਵਰਨਰ ਸਾਹਿਬ, ਉਹਨਾਂ ਨੇ 1985 ਤੋਂ ਇਹ 100 ਵਰਸ਼ ਦੀ ਸ਼ਤਾਬਦੀ ਹੋ ਗਈ ਸੀ ਜੀ, ਭਾਰਤ ਸਰਕਾਰ ਦੇ ਵੱਲੋਂ ਹਾਂਜੀ। ਹਰਿਆਣਾ ਸਰਕਾਰ ਦੇ ਵੱਲੋਂ ਦਿੱਤਾ ਗਿਆ। ਹਾਂਜੀ ਹਾਂਜੀ ਜੀ ਬਿਲਕੁਲ, ਗਵਰਨਮੈਂਟ ਆਫ ਹਰਿਆਣਾ ਦੇ ਵੱਲੋਂ ਜਿਹੜਾ ਇਹ ਪੱਤਰ ਦਿੱਤਾ ਗਿਆ। ਹਾਂਜੀ, ਜਿਹੜੇ ਹਰਿਆਣਾ ਦੇ ਫਰੀडम ਫਾਈਟਰ ਸੀਗੇ ਅੱਛਾ ਜੀ। ਸਾਰਿਆਂ ਨੂੰ ਬੁਲਾ ਕੇ ਇੱਕ ਇੱਕ ਤਾਂਬਾ ਪੱਤਰ ਪੇਂਟ ਕਰਿਆ ਗਿਆ ਸੀ। ਇਸ ਤਾਂਬੇ ਪੱਤਰ ਨੂੰ ਜਦੋਂ ਤੁਸੀਂ ਲੈ ਕੇ ਜਾਂਦੇ ਤਾਂ ਹੁਣੇ ਇਹਦੇ ਦਮ ਤੇ ਵੀ ਨਹੀਂ ਕੁਛ ਅਫਸਰਸ਼ਾਹੀ ਕਹਿ ਰਹੀ ਕਿ ਤੁਹਾਨੂੰ ਚਲੋ ਫਰੀडम ਫਾਈਟਰ ਦਾ ਤੁਹਾਡੇ ਕੋਲ ਸਰਟੀਫਿਕੇਟ ਬਣ ਚੁੱਕਿਆ ਹੁਣ ਤੁਹਾਡੇ ਕੋਲ? ਹਾਂਜੀ, ਬਸ ਇਹਨੂੰ ਦੇਖਦੇ ਆ, ਮੱਥਾ ਟੇਕ ਦਿੰਦੇ ਆ ਜੀ। ਅੱਛਾ ਚੀਫ ਮਿਨਿਸਟਰ ਹੁੱਡਾ ਸਾਹਿਬ ਨੇ ਵੀ ਮੱਥਾ ਟੇਕਿਆ ਸੀ, ਅੱਛਾ, ਇਹਨੂੰ ਮੱਥਾ ਟੇਕਿਆ ਸੀ। ਲੇਕਿਨ ਦਿੱਤਾ ਕੁਛ ਨਹੀਂ ਜੀ, ਅੱਛਾ, ਬਸ ਫਿਰ ਮੱਥਾ ਟੇਕ ਕੇ ਚਲੇ ਗਏ ਸੀ। ਕਿੱਥੋਂ ਕਿੱਥੋਂ ਤੱਕ ਤੁਸੀਂ ਜਿਹੜੇ ਹੁਣ ਦੀ ਮਿਨਿਸਟਰੀ ਦੀ ਗੱਲ ਕਰੀ ਤਾਂ ਤੁਸੀਂ ਮਿਲ ਚੁੱਕੇ ਹੋ? ਹਰਿਆਣੇ 'ਚ ਅਸੀਂ 2-3 ਵਾਰੀ ਗਏ, ਲੇਕਿਨ ਉਹਨਾਂ ਨੇ ਸਾਨੂੰ ਕੋਈ ਮਕਾਨ ਦਾ ਆਸ਼ਵਾਸਨ ਨਹੀਂ ਦਿੱਤਾ। ਜੀ। ਫਿਰ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਦੀ ਪੈਨਸ਼ਨ ਸੀ ਜੀ ਇਹ ਫਰੀडम ਫਾਈਟਰ ਦੀ, ਜੀ ਫਿਰ ਉਸ ਬਿਹਾਫ 'ਚ ਅਸੀਂ ਹੁਣ DC ਸਾਹਿਬ ਕੋਲ ਗਏ, ਜੀ ਫਿਰ ਉਹਨਾਂ ਨੂੰ ਡਾਕੂਮੈਂਟ ਵਗੈਰਾ ਸਾਰੇ ਦਿਖਾਏ, ਤੇ ਹੁਣ ਉਹ ਕਹਿੰਦੇ ਜੀ ਪਹਿਲਾਂ ਤੁਹਾਡੇ ਕਾਰਡ ਬਣਨਗੇ, ਜੀ। ਕਾਰਡ ਬਣਨੇ ਦੇ ਬਾਅਦ ਫਿਰ ਤੁਸੀਂ ਸਟੇਟ ਆਫਿਸ 'ਚ ਅਪਲਾਈ ਕਰੋਗੇ। ਮਤਲਬ ਫਰੀडम ਫਾਈਟਰ ਦੇ ਕਾਰਡ ਬਣਨਗੇ? ਹਾਂਜੀ ਹਾਂਜੀ, ਉਹ ਬਣਾ ਕੇ ਦੇਣਗੇ DC ਸਾਹਿਬ,
ਡੀਸੀ ਸਾਹਿਬ ਦੇਣਗੇ। ਫਿਰ ਉਹਦੇ ਬਾਅਦ ਦੂਸਰਾ ਮੈਥਡ ਇਹ ਹੋਏਗਾ ਕਿ ਇਹਨੂੰ ਦਿਖਾ ਕੇ ਸਟੇਟ ਆਫਿਸ 'ਚ ਫਿਰ ਉਹ ਸਾਨੂੰ ਜ਼ਮੀਨ ਦੇ ਬਾਰੇ 'ਚ ਤੁਸੀਂ ਠੀਕ ਵੀ ਨਹੀਂ ਰਹਿੰਦੇ, ਮੈਂ ਸੁਣਿਆ ਕਹਿੰਦੇ ਵੀ ਤੁਹਾਡੇ ਪੈਰ ਵੀ ਠੀਕ ਨਹੀਂ, ਤੁਸੀਂ ਖੜ ਵੀ ਨਹੀਂ ਪਾਉਂਦੇ ਸਹੀ, ਤੇ ਦਵਾਈਆਂ ਦੱਪਿਆਂ ਤੁਹਾਡੇ ਪਤਨੀ ਵੀ ਕਹਿੰਦੇ ਤੁਸੀਂ ਵੀ ਠੀਕ ਨਹੀਂ ਰਹਿੰਦੇ। ਹਾਂਜੀ ਠੀਕ। ਇਹਨਾਂ ਦਾ ਇਲਾਜ ਤਾਂ 2002 ਤੋਂ ਚੱਲ ਰਿਹਾ ਜੀ, ਐਪੀਲੇਸੀ ਦਾ। ਅੱਛਾ ਜੀ। ਤੇ ਮੈਂ ਦਵਾਈਆਂ ਇਹਨਾਂ ਨੂੰ ਲੈ ਕੇ ਦੇ ਰਿਹਾ। ਤੇ ਬੜਾ ਮੈਂ ਔਖਾ ਬੇਟਾ, ਬਹੁਤ ਔਖਾ, ਤੇ ਖਰਚਾ ਬੜਾ ਔਖਾ ਕਰਨਾ ਪੈਂਦਾ ਹੈਗਾ। ਜੀ। ਬੜੀਆਂ ਮਹਿੰਗੀਆਂ ਡਾਕਟਰ ਦਵਾਈ ਦੇਖਦੇ। ਹੁਣ ਵੀ ਮੇਰਾ ਆਪਰੇਸ਼ਨ ਹੋਇਆਗਾ, ਉਹਦੇ 'ਚ ਵੀ ਡਾਕਟਰ ਨੇ 50,000 ਦੱਸਤਾ ਸਾਨੂੰ। ਬੜਾ ਔਖਾ ਵਕਤ ਹੈ, ਇੱਧਰ ਉੱਧਰੋਂ ਫੜ ਕੇ ਅਸੀਂ ਆਪਣਾ ਆਪਰੇਸ਼ਨ ਕਰਾਇਆ ਹੈ। ਜੀ। ਬਹੁਤ ਮੁਸ਼ਕਲ ਹੈਗੀ ਹੈ ਸਾਨੂੰ। ਤੇ ਵੀ ਏਡਾ ਪਰਿਵਾਰ ਜਿਨ੍ਹਾਂ ਦੇ ਏਡੇ ਵੱਡੇ ਅਸੀਂ ਕਹਿ ਸਕਦੇ ਹਾਂ ਵੀ ਆਜ਼ਾਦੀ ਗੁਲਾਟੀਆ ਜਿਹੜਾ ਪਰਿਵਾਰ ਦੇ ਵਿੱਚ ਹੋਇਆ ਹੋਵੇ, ਤਾਂ ਉਹਨਾਂ ਦੇ ਪਰਿਵਾਰ ਨੂੰ ਅਜਿਹਾ ਕੁਝ ਮਿਲ ਰਿਹਾ, ਤੇ ਤੁਸੀਂ ਆਪਾਂ ਹਾਂਜੀ। ਕੀ ਸੋਚ ਸਕਦੇ ਹਾਂ? ਬੇਟਾ ਜੇ ਤੁਹਾਨੂੰ ਸਰਕਾਰ ਨੂੰ ਦੇਣਾ ਚਾਹੀਦਾ ਨਾ ਸਾਨੂੰ ਹੱਕ। ਜੀ। ਕਿੱਥੇ ਜਾਈਏ, ਸਾਰੀ ਉਮਰ ਸਾਡੇ ਕਿਰਾਏ ਤੇ ਬੀਤ ਗਈ। ਹੁਣ ਬੱਚੇ ਦਾ ਅਸੀਂ ਵਿਆਹ ਨਹੀਂ ਕਰ ਸਕਦੇ, ਸਾਡੇ ਕੋਲ ਹੈ ਨਹੀਂ ਕੁਝ। ਜੀ। ਹੁਣ ਕੋਈ ਮਾੜਾ ਜਿਹਾ ਥੋੜ੍ਹੀ ਜਿਹੀ ਜ਼ਮੀਨ ਮਿਲ ਜਾਏ, ਘਰ ਪਾ ਲਈਏ, ਤਾਂ ਮੁੰਡੇ ਦਾ ਅਸੀਂ ਵਿਆਹ ਕਰ ਦਈਏ, ਸਾਨੂੰ ਵੀ ਰੋਟੀ ਦਾ ਸਹਾਰਾ ਹੋ ਜਾਏਗਾ ਬਣਾਉਣ ਦਾ। ਮੇਰੇ ਵੀ ਹੱਥ ਵੀ, ਮੇਰੀ ਬਾਜੂਆਂ ਵੀ ਟੁੱਟ ਗਈਆਂ ਨੇ, ਜੀ। ਜੀ। ਇਹ ਕੰਮ ਨਹੀਂ ਕਰ ਸਕਦੀ। ਪੈਰ ਵੀ ਮੇਰੇ ਖਰਾਬ ਹੈਗੇ ਹੈ। ਜੀ। ਇਹ ਤੁਹਾਡੇ ਅੰਕਲ ਦੇ ਵੀ ਪੈਰ ਪੂਰ ਖਰਾਬ ਮੈਂ ਹੈਗੇ। ਤਾਂ ਪੋਲੀਓ ਨਾਲ ਹੋ ਗਿਆ ਨਾਲ ਹੋ ਸੀ। ਗਏ। 3 ਸਾਲ ਦਾ ਸੀ ਨਾ ਜੀ, ਪੋਲੀਓ ਹੋ ਗਿਆ ਸੀ ਮੈਨੂੰ। ਮਤਲਬ ਤੁਸੀਂ ਇਹ ਕੰਮ ਨਹੀਂ ਕਰ ਸਕੇ, ਤਾਂ ਤੁਹਾਡਾ ਜਿਹੜਾ ਘਰ ਦਾ ਜਿਹੜਾ ਸਾਰਾ ਸਿਸਟਮ ਉਹ ਖਰਾਬ ਹੋ ਗਿਆ। ਪਿਤਾ ਜੀ ਜਾਣ ਤੋਂ ਬਾਅਦ ਪੈਨਸ਼ਨ ਚਲੀ ਗਈ, ਇਹ ਕੰਮ ਨਹੀਂ ਕਰ ਪਾਉਂਦੇ ਹਾਂਜੀ ਹਾਂਜੀ ਹਾਂਜੀ, ਕੰਮ ਕੁਮ ਨਹੀਂ ਕਰ ਸਕਦੇ ਨਾ, ਇਹ ਸ਼ੁਰੂ ਤੋਂ ਹੀ ਨਹੀਂ ਕਰ ਪਾਏ ਕੰਮ, ਹੈ ਨਾ। ਹਾਂਜੀ। ਤੇ ਜਿੰਦੇ ਕਰਕੇ ਤੁਹਾਡੇ ਪਰਿਵਾਰ ਦਾ ਗੁਜ਼ਾਰਾ ਸਾਰਾ ਔਖਾ ਹੋ ਰਿਹਾ। ਔਖਾ ਹੋ ਰਿਹਾ ਬਸ ਹੀ। ਹੋਰ ਤਾਂ ਜੀ ਮੈਂ ਪੜ੍ਹੀ ਲਿਖੀ ਤਾਂ ਹੈ ਨਹੀਂ, ਜਿੰਨਾ ਕੁ ਮੈਨੂੰ ਨੌਲੇਜ ਨਹੀਂ ਹੈਗੀ, ਜਿੰਨਾ ਕੁ ਹੈਗੀ ਉਨੀ ਕੁ ਮੈਂ ਤੁਹਾਨੂੰ ਦੱਸਦੀ ਹੈ ਬਸ ਜੀ। ਮਤਲਬ ਜਿਹੜੇ ਦੁੱਖ ਦੇ ਹੰਝੂ ਹੈਗੇ ਨੇ, ਸਿਰਫ ਇਹਨਾਂ ਨੂੰ ਕਿਸ ਚੀਜ਼ ਦੀ ਭਾਲ ਹੈਗੀ? ਕਿਉਂਕਿ ਹਰ ਇੱਕ ਨੂੰ ਇੱਕ ਛੱਤ ਹੋ ਜਾਏ ਤਾਂ ਫਿਰ ਇੱਕ ਵੱਡਾ ਆਸਰਾ ਹੋ ਜਾਂਦਾ ਬੰਦੇ ਨੂੰ। ਬਸ ਇਹ ਇੱਕ ਉਮੀਦ ਲਾਏ ਬੈਠੇ ਆ ਜੀ ਕਿ ਸਰਕਾਰ ਸਾਡੀ ਕਦੀ ਤਾਂ ਸੁਣੇਗੀ। ਇੰਨਾ ਕੁਝ ਦਿਖਾਣੇ ਦੇ ਬਾਵਜੂਦ ਵੀ ਕੋਈ ਨਾ ਕੋਈ ਕਦਮ ਚੁੱਕੇਗੀ, ਇੱਕ ਉਮੀਦ ਹੈ ਜੀ ਬਸ। ਉਮੀਦ ਤੇ ਤੁਸੀਂ ਹਾਂਜੀ ਜਾਗ ਰਹੇ ਹਾਂਜੀ, ਸਾਰੇ। ਉਮੀਦ ਤੇ ਹੀ। ਦਿਨ ਰਾਤ ਬਾਣੀ ਬੰਦਗੀ, ਰੱਬ ਤੋਂ ਇਹੀ ਕਹਿੰਦੇ ਪਏ ਸਾਨੂੰ ਘਰ ਮਿਲ ਜਾਏ, ਬਸ ਇਹੀ ਸਾਡੀ ਖੁਸ਼ੀ ਹੈ, ਨਾ ਅੱਗੇ ਨਾ ਪਿੱਛੇ ਕੁਛ ਨਹੀਂ ਹੈ। ਬਿਲਕੁਲ ਬਹੁਤ ਦੁੱਖ ਹੁੰਦਾ ਹੈ। ਇੰਨੇ ਵੱਡੇ ਜਿਹੜੇ ਇਹ ਜਿਹੜੀਆਂ ਚੀਜ਼ਾਂ ਅਸੀਂ ਐਦਾਂ ਨਹੀਂ ਕਹਿ ਸਕਦੇ ਕਿ ਕੋਈ ਹਰ ਇੱਕ ਪ੍ਰਾਪਤ ਕਰ ਸਕਦਾ, ਕਿਉਂਕਿ ਜ਼ਿੰਦਗੀ ਦਾ ਇੱਕ ਖੂਨ ਜਿਹੜਾ ਹੈਗਾ ਦੇਸ਼ ਵਾਸਤੇ, ਜਿਹੜਾ ਅਸੀਂ ਕਹਿ ਸਕਦੇ ਹਾਂ ਉਸ ਸਮੇਂ ਆਜ਼ਾਦੀ ਦੇ ਸਮੇਂ ਜਿਨ੍ਹਾਂ ਨੇ ਆਪਣੀ ਜਿਹੜੀ ਭਰਤੀਆਂ ਜੁਆਇਨ ਕੀਤੀਆਂ ਸੀ, ਹੁਣ ਇਹਨਾਂ ਦਾ ਬੇਟੇ ਹੈਗੇ ਨੇ, ਉਹਨਾਂ ਨਾਲ ਗੱਲਬਾਤ ਕਰਾਂਗੇ। ਉਹਨਾਂ ਨੂੰ ਤੁਸੀਂ ਫਿਰ ਪਰਿਵਾਰ ਨੂੰ ਚਲਾ ਰਹੇ ਹੋ, ਆਜੋ ਨੇੜੇ ਆਜੋ ਇੱਧਰ ਹੀ। ਤੁਸੀਂ ਪਰਿਵਾਰ ਨੂੰ ਫਿਰ ਹੁਣ ਚਲਾ ਰਹੇ ਹੋ ਸਾਰੇ ਨੂੰ। ਸਿੰਘ ਸਾਹਿਬ, ਬੇਨਤੀ ਤਾਂ ਮੇਰੀ ਇਹੀ ਹੈ ਜੀ ਕਿ ਤੁਹਾਡੇ ਚਰਨਾਂ 'ਚ ਸਾਫ਼ ਸੁਥਰਾ ਚਰਿੱਤਰ ਰੱਖਿਆ, ਉਹੀ ਸਾਹਮਣ ਪੇਸ਼ ਕਰ ਰਹੇ ਹਾਂ ਜੀ। ਸੇਵਾ ਲਾ ਦਿੰਦੇ ਹਾਂ ਜੀ, ਗੁਰੂ ਘਰਾਂ ਡੇਰਿਆਂ ਦੇ ਵਿੱਚ ਜਾ ਕੇ ਜੋ ਕੁਝ ਮਿਲਦਾ ਉਹ ਘਰਦਿਆਂ ਦੇ ਨਾਲ ਵੰਡ ਲਈਦਾ ਜੀ। ਇਹੀ ਜੀਵਨ ਸ਼ੈਲੀ ਹੈ ਜੀ। ਮਤਲਬ ਇਹ ਸਾਰੇ ਜਿਹੜੇ ਕਾਗਜ਼ ਹੈਗੇ ਨੇ, ਤੁਸੀਂ ਇਹਨਾਂ ਨੂੰ ਬੈਗ 'ਚ ਇੱਕ ਤੁਹਾਡੇ ਵਾਸਤੇ ਸੋਨਾ ਹੈਗਾ ਜਿਹੜਾ ਤੁਸੀਂ, ਜਦੋਂ ਮੈਂ ਵੇਖਿਆ ਤੁਸੀਂ ਇਹਨਾਂ ਦਾ ਲੋਕ ਲਾ ਕੇ ਰੱਖਿਆ ਹੋਇਆ। ਸਰ, ਮੇਰੇ ਵਾਸਤੇ ਤਾਂ ਇਹ ਸੋਨੇ ਤੋਂ ਵੀ ਜ਼ਿਆਦਾ ਬਹੁਮੁੱਲੇ ਹੈ, ਕਿਉਂਕਿ ਇਹ ਕੁਰਬਾਨੀਆਂ ਪਰਿਵਾਰ ਦੇ ਵੱਡੇ ਵਡੇਰਿਆਂ ਦੀ ਹੈ ਤੇ ਇਹਨਾਂ ਦਾ ਹੱਕ ਗਵਰਨਮੈਂਟ ਨੂੰ ਇਹਨਾਂ ਨੂੰ ਦੇ ਦੇਣਾ ਚਾਹੀਦਾ। ਮੈਂ ਤਾਂ ਬੇਨਤੀ ਕਰ ਸਕਦਾ, ਵਿਰੋਧ ਕਰੋ ਤਾਂ ਡੱਕ ਕੇ ਅੰਦਰ ਕਰ ਦਿੰਦੇ ਆ। ਅਸੀਂ ਤਾਂ ਹੱਥ ਬੰਨ੍ਹੀ ਬੈਠੇ ਹਾਂ ਜੀ ਕਿ ਮਾਤਾ ਪਿਤਾ ਦੀ ਸੁਣਵਾਈ ਹੋਵੇ, ਅੱਜ ਨਹੀਂ ਤਾਂ ਸਵੇਰ ਕਦੀ ਤਾਂ ਹੋਵੇ। ਤੋ ਹੁਣ ਤੁਸੀਂ ਇਹਨਾਂ ਦੇ ਜਿਹੜੇ ਸਰਟੀਫਿਕੇਟ ਹੈਗੇ ਨੇ ਫਰੀडम ਫਾਈਟਰ ਦੇ ਅਪਲਾਈ ਕਰਵਾ ਦਿੱਤੇ ਆ ਤੁਸੀਂ? ਜੀ, ਡੀਸੀ ਆਫਿਸ ਦੇ ਵਿੱਚ ਜਾ ਕੇ ਕਰਵਾ ਤਾਂ ਦਿੱਤੇ ਹੋ। ਉਹਨਾਂ ਨੇ ਆਸ਼ਵਾਸਨ ਦਿੱਤਾ ਕਿ ਅਸੀਂ ਤੁਹਾਡੇ ਆਈ ਕਾਰਡ ਇਸ਼ੂ ਕਰ ਦਾਂਗੇ, ਲੇਕਿਨ ਅਲਾਟਮੈਂਟ ਦੇ ਬਾਰੇ ਅਜੇ ਕੋਈ ਬਿਆਨ ਕਿਸੇ ਦਾ ਕੋਈ ਨਹੀਂ ਹੈ। ਤੇ ਉਮੀਦ ਕਰਦਾ ਹਾਂ ਕਿ ਇੱਕ ਨਾ ਇੱਕ ਦਿਨ ਅਲਾਟਮੈਂਟ ਵੀ। ਸਰਕਾਰੀ ਦੁਆਰੇ ਤੁਸੀਂ ਚਲੋ ਹੁਣ ਯੰਗ ਮੁੰਡੇ ਤੋਂ ਮਿਲੇ ਹੋਣੇ ਤੁਸੀਂ ਸਰਕਾਰੀ? ਹਾਂਜੀ, ਮੈਂ ਇੱਥੇ ਦੇ ਚੰਡੀਗੜ੍ਹ ਦੇ MP ਸਾਹਿਬਾ ਮਾਨਯੋਗ ਮੈਡਮ ਕਿਰਨ ਖੇਰ ਜੀ ਦੇ ਕੋਲ ਵੀ ਕਈ ਵਾਰ ਜਾ ਚੁੱਕੇ ਹਾਂ। ਮੈਡਮ ਜੀ ਦਾ ਇਹ ਬਿਆਨ ਸੀ ਕਿ ਤੁਹਾਡਾ ਅਸੀਂ ਇਹ ਕਾਰਜ ਸੰਪੂਰਨ ਕਰਾਂਗੇ, ਲੇਕਿਨ ਮੈਂ ਉਮੀਦ ਤੇ ਬੈਠੇ ਹਾਂ। ਫਿਰ ਮੈਂ ਚੰਡੀਗੜ੍ਹ ਦੇ ਵਿੱਚ DC ਸਾਹਿਬ ਕੋਲ ਵੀ ਗਿਆ, ਗਵਰਨਰ ਹਾਊਸ ਵੀ ਬੇਨਤੀ ਕਰੀ ਹੱਥ ਜੋੜ ਕੇ ਕਿ ਕਦੀ ਤਾਂ ਸਾਡਾ ਕੰਮ ਸੰਪੂਰਨ ਹੋਵੇ, ਲੇਕਿਨ ਅਜੇ ਉਮੀਦਾਂ ਹੀ ਦਿਖ ਰਹੀਆਂ, ਸੰਪੂਰਨਤਾ ਅਜੇ ਫਿਲਹਾਲ ਕਿਤੇ ਨਜ਼ਰ ਨਹੀਂ ਆ ਰਹੀ। ਜੀ ਬਿਲਕੁਲ। ਅਸੀਂ ਪਰਿਵਾਰ ਤੋਂ ਆਖਰੀ, ਤੁਸੀਂ ਤੁਹਾਡੇ ਪਿਤਾ ਜੀ ਦਾ ਜੋ ਇੱਕ ਜ਼ਿੰਦਗੀ ਦਾ ਕਮਾਇਆ ਹੋਇਆ ਸੱਚ ਤੁਸੀਂ ਆਪਦੀ ਜਿਹੜੀ ਝੋਲੀ 'ਚ ਰੱਖਿਆ ਹੋਇਆ ਹੈ, ਕੀ ਹੁਣ ਸਰਕਾਰ ਤੋਂ ਬਸ ਤੁਹਾਡੀ ਆਖਰੀ ਮੰਗ ਕੀ ਹੈਗੀ? ਅਸੀਂ ਚਾਹਾਂਗੇ ਚਲੋ ਹਮਦਰਦ ਟੀਮ ਤੁਹਾਡੇ ਘਰ ਪਹੁੰਚੇ ਕਿ ਤੁਹਾਡਾ ਜਿਹੜਾ ਇੱਕ ਸਰਕਾਰ ਤੱਕ ਤੁਹਾਡੀ ਗੱਲ ਪਹੁੰਚਾ ਸਕੇ। ਬਸ ਸਰਕਾਰ ਤੋਂ ਇਹੀ ਬੇਨਤੀ ਹੈ ਜੀ ਕਿ ਵੀ ਸਾਨੂੰ ਛੱਤ ਵਾਸਤੇ ਕੁਝ ਜ਼ਮੀਨ ਦੇ ਦੇ, ਜੋ ਕਿ ਸਾਡੇ ਫਰੀडम ਫਾਈਟਰ ਕੋਟੇ ਦੇ ਵਿੱਚ ਬਣਦੀ ਹੈ। ਬੇਨਤੀ ਕਰਦੇ ਹਾਂ ਜੀ।
ਤੇ ਮਿਲ ਜੇ ਤਾਂ ਬੜੀ ਮਿਹਰਬਾਨੀ ਹੈ ਜੀ ਸ਼ੁਕ- ਬਿਲਕੁਲ। ਅਸੀਂ ਪਰਿਵਾਰ ਦੇ ਨਾਲ ਬੈਠੇ ਹਾਂ, ਕਿਰਾਏ ਤੇ ਰਹਿ ਰਹੇ ਨੇ। ਇਹ ਉਹਨਾਂ ਦੇ ਬੇਟਾ ਨੇ, ਅੱਗੇ ਇਹਨਾਂ ਦੇ ਵਾਈਫ ਹੈਗੇ ਨੇ। ਪਰਿਵਾਰ ਠੀਕ ਨਹੀਂ ਰਹਿੰਦਾ, ਲੰਬਾ ਸਮਾਂ ਹੋ ਚੁੱਕਿਆ ਹੈ। ਜਿਹੜੇ ਦੁੱਖ ਦੇ ਹੰਝੂ ਹੈਗੇ ਨੇ ਇਹੀ ਮੰਗ ਕਰ ਰਹੇ ਨੇ, ਨਾ ਤਾਂ ਨੌਕਰੀ ਦੀ ਮੰਗ ਕਰਦੇ, ਉਹ ਸਿਰਫ ਕਹਿੰਦੇ ਨੇ ਕਿ ਛੱਤ ਆਪਦੀ ਹੋ ਜਾਏ, ਕਿਉਂਕਿ ਇਹਨਾਂ ਦੇ ਪਿਤਾ ਨੇ ਜੋ ਆਪਦੀ ਜਵਾਨੀ ਹੈਗੀ ਸੀ ਉਹ ਆਪਣੇ ਦੇਸ਼ ਵਾਸਤੇ ਇਹਨਾਂ ਜਿਹੜੇ ਕਾਰਜਾਂ 'ਤੇ ਲੰਘਾ ਦਿੱਤੀ। ਉਸ ਤੋਂ ਬਾਅਦ ਇਹ ਠੀਕ ਨਹੀਂ ਰਹਿੰਦੇ ਸੀ ਤਾਂ ਜਿਹੜੀ ਮਾਤਾ, ਇਹਨਾਂ ਦੀ ਮਾਤਾ ਦੀ ਵੀ ਡੈਥ ਹੋ ਚੁੱਕੀ ਹੈ। ਤਾਂ ਇੱਕ ਫਰੀडम ਫਾਈਟਰ ਹੋਣ ਦੇ ਨਾਤੇ, ਆਜ਼ਾਦੀ ਗੁਲਾਟੀ ਹੋਣ ਦੇ ਨਾਤੇ ਘਰ ਤਾਂ ਇਹਨਾਂ ਨੂੰ ਜੋ ਇਸ ਮੁਤਾਬਕ ਇਹ ਡਾਕੂਮੈਂਟ ਦਿਖਾ ਰਹੇ ਨੇ ਕਿ ਸਾਨੂੰ ਘਰ ਮਿਲਣਾ ਚਾਹੀਦਾ ਸੀ, ਜਿਹੜਾ ਸਾਨੂੰ ਅੱਜ ਤੱਕ ਨਹੀਂ ਮਿਲਿਆ। ਕਿੰਨੇ ਕੁ ਆਜ਼ਾਦੀ ਗੁਲਾਟੀ ਜਿਹੜੇ ਤੁਹਾਡੇ ਤਰ੍ਹਾਂ ਉਸ ਤਰ੍ਹਾਂ ਫਿਰ ਰਹੇ ਜਿਹਨੂੰ ਹਾਲੇ ਤੱਕ ਘਰ ਨਹੀਂ ਮਿਲਿਆ ਸ਼ਾਇਦ? ਮੇਰੇ ਖਿਆਲ ਚੰਡੀਗੜ੍ਹ 'ਚ ਅਸੀਂ ਇਕੱਲੇ ਹੀ ਹਾਂ ਜੀ, ਅੱਛਾ, ਬਾਕੀ ਤਾਂ ਸਾਰਿਆਂ ਨੂੰ ਅਪਲਾਈ ਕਰਕੇ ਮਿਲ ਚੁੱਕਿਆ ਸੀ। ਤਾਂ ਤੁਸੀਂ ਇਕੱਲੇ ਹੀ ਹੋ? ਇਕੱਲੇ ਰਹਿ ਗਏ, ਸਾਨੂੰ ਪਤਾ ਨਹੀਂ ਨਾ ਲੱਗਿਆ ਜੀ, ਲੇਟ ਹੋ ਗਏ ਅਸੀਂ। ਪੜ੍ਹੇ ਲਿਖੇ ਤੁਸੀਂ ਉਹ ਚੀਜ਼ਾਂ ਦੇਖਿਆ ਨਹੀਂ ਹੋਣਾ ਨਾ ਉਸ ਸਮੇਂ ਕੋਈ? ਉਸ time ਸਾਨੂੰ ਪਤਾ ਹੀ ਨਹੀਂ ਲੱਗਿਆ ਜੀ ਇਸ ਚੀਜ਼ ਦੇ ਬਾਰੇ 'ਚ ਨਾ, ਜਦੋਂ ਅਲਾਟ ਹੋ ਗਏ ਮਿਲ ਗਏ ਤਾਂ ਪਤਾ ਲੱਗਿਆ। ਕਿਹੜੇ ਸੰਨ 'ਚ ਮਿਲੇ ਸੀ ਭਲਾ? ਇਹ 1985 'ਚ ਮਿਲੇ ਸੀ। 1985 'ਚ ਮਿਲੇ ਸੀ। ਹਾਂਜੀ ਬਿਲਕੁਲ। 1985 'ਚ ਦੱਸਿਆ ਜਾ ਰਿਹਾ ਜਿਵੇਂ ਕਹਿੰਦੇ ਮਿਲੇ ਸੀ, ਤਾਂ ਸਾਨੂੰ ਕਹਿੰਦੇ ਪਤਾ ਸ਼ਾਇਦ ਕਹਿੰਦੇ ਅਸੀਂ ਇਕੱਲਾ ਹੀ ਪਰਿਵਾਰ ਹੈਗੇ ਆ, ਵੀ ਉਹਨਾਂ ਵੱਲ ਤਾਂ ਕਹਿ ਰਿਹਾ ਅਸੀਂ ਇਕੱਲੇ ਹੀ ਹੈਗੇ ਆ ਜਿਨ੍ਹਾਂ ਨੂੰ ਪਰਿਵਾਰਾਂ ਨੂੰ ਨਹੀਂ ਮਿਲੇ, ਬਾਕੀ ਸਾਰਿਆਂ ਨੂੰ ਘਰ ਮਿਲ ਚੁੱਕੇ ਨੇ। ਤਾਂ ਅਸੀਂ ਸਰਕਾਰ ਅੱਗੇ ਬੇਨਤੀ ਕਰਦੇ ਹਾਂ ਕਿ ਇਹਨਾਂ ਦਾ ਜੋ ਦਰਦ ਹੈਗਾ ਜਲਦੀ ਸੁਣਿਆ ਜਾਵੇ, ਤਾਂ ਇਹਨਾਂ ਨੂੰ ਜੋ ਇਹਨਾਂ ਦੀ ਬਣਦੀ, ਜੋ ਇਹਨਾਂ ਦੇ ਪਿਤਾ ਨੇ ਕਮਾਈ ਕੀਤੀ ਹੈ ਤਾਂ ਉਸ ਦੇ ਮੁਤਾਬਕ ਇਹਨਾਂ ਨੂੰ ਜੋ ਵੀ ਹੱਕ ਹੈਗਾ ਉਹ ਮਿਲਣਾ ਚਾਹੀਦਾ। ਕੈਮਰਾ ਪਰਸਨ ਅਭਿਸ਼ੇਕ ਦੇ ਨਾਲ ਸੰਦੀਪ ਕੰਬੋਜ, ਚੰਡੀਗੜ੍ਹ ਤੋਂ।